ਬਜਾਏ ਆਪਾਂ ਪਰਸਨ ਤੇ ਡਿਪੈਂਡ ਕਰੀਏ ਕਿ ਜਿਹੜਾ ਰੈਂਟ ਤੇ ਆਏਗਾ, ਇਹ ਆਪਾਂ ਪਹਿਲਾਂ ਆਪਣੀਆਂ ਕਮੀਆਂ ਜਿਹੜੀਆਂ ਉਹ ਪੂਰੀਆਂ ਕਰੀਏ ਤਾਂ ਕਦੇ ਵੀ ਦਿੱਕਤ ਨਹੀਂ ਆਏਗੀ। 70 ਤੋਂ 80% ਜਨਤਾ ਇੰਡੀਆ ਦੇ ਵਿੱਚ ਕੀ ਕਰਦੇ ਨੇ ਕਿ 100 ਰੁਪਏ ਦਾ ਸਟਾਂਪ ਲਿਆ ਤੇ 11 ਮਹੀਨੇ ਦੀ ਰੈਂਟ ਕਰਵਾ ਲਈ ਹੈ, ਜਿਹੜਾ ਰਿਟਰਨ ਓਕੇ ਹੋ ਗਿਆ, ਲੇਕਿਨ ਉਹ ਕਿਤੇ ਵੀ ਵੈਲਿਡ ਨਹੀਂ। ਜਦੋਂ ਤੁਸੀਂ ਰੈਂਟ ਡੀਡ ਰਜਿਸਟਰਡ ਕਰਵਾ ਲਈ ਹੈ, ਉਸ ਤੋਂ ਬਾਅਦ ਪਰਸਨ ਕੋਈ ਵੀ ਹੈ, ਉਸ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰੋ। ਜਦੋਂ ਤੁਸੀਂ ਪ੍ਰਾਪਰਟੀ ਟੈਕਸ ਰੈਂਟ ਦੇ ਅਕੋਰਡਿੰਗ ਪੇ ਕਰੋਗੇ ਤਾਂ ਉਹ ਸਰਕਾਰ ਵੀ ਤੁਹਾਡੇ ਨਾਲ। ਇਨਸਾਨ ਆਪਣੇ ਜੀਵਨ ਨੂੰ ਜੀਣ ਲਈ ਬਹੁਤ ਮਿਹਨਤ ਕਰਦਾ ਹੈ, ਤਰੱਕੀ ਕਰਦਾ ਹੈ ਤੇ ਜਦੋਂ ਤਰੱਕੀ ਕਰਦਾ ਹੈ ਤਾਂ ਉਹ ਅਜਿਹੀ ਇਨਕਮ ਭਾਲਦਾ ਹੈ ਕਿ ਜਿਸ ਨਾਲ ਉਹਦਾ ਜੀਵਨ ਜਿਹੜਾ ਹੈ ਬੜੀ ਆਸਾਨੀ ਨਾਲ ਬੀਤ ਸਕੇ। ਇਹ ਵੀ ਕਿਹਾ ਜਾਂਦਾ ਹੈ ਕਿ ਰੈਂਟਲ ਇਨਕਮ ਇਜ਼ ਦਾ ਬੈਸਟ ਇਨਕਮ। ਔਰ ਕਈ ਵਾਰ ਇਹ ਵੀ ਦੇਖਣ ਚਾਹੁੰਦਾ ਕਿ ਜਦੋਂ ਅਸੀਂ ਰੈਂਟ ਤੇ ਆਪਣੀ ਪ੍ਰਾਪਰਟੀ ਦਿੰਦੇ ਆ ਤਾਂ ਡਿਸਪਿਊਟ ਵੀ ਖੜੇ ਹੋ ਜਾਂਦੇ। ਕਿਸ ਤਰੀਕੇ ਨਾਲ ਸਾਨੂੰ ਆਪਣੀ ਪ੍ਰਾਪਰਟੀ ਰੈਂਟ ਆਊਟ ਕਰਨੀ ਚਾਹੀਦੀ ਹੈ, ਇਸ ਵਿਸ਼ੇ ਤੇ ਗੱਲ ਕਰਾਂਗੇ। ਅੱਜ ਸਾਡੇ ਨਾਲ ਮੌਜੂਦ ਨੇ ਜੀਕੇ ਐਸੋਸੀਏਟ ਤੋਂ ਕਮਲਜੋਤ ਕਾਂਸਲ ਜੀ, ਜੋ ਪ੍ਰਾਪਰਟੀ ਐਕਸਪਰਟ ਨੇ। ਸਭ ਤੋਂ ਪਹਿਲਾਂ ਕਾਂਸਲ ਸਾਹਿਬ, ਸਵਾਗਤ ਹੈ ਤੁਹਾਡਾ ਸਾਡੇ ਪੋਡਕਾਸਟ ਦੇ ਵਿੱਚ। ਥੈਂਕ ਯੂ ਦੁਰਗੇਸ਼ ਜੀ। ਕਾਂਸਲ ਸਾਹਿਬ, ਮੈਂ ਜਾਨਣਾ ਚਾਹੁੰਦਾ, ਦੇਖੋ ਲੋਕ ਪ੍ਰਾਪਰਟੀ ਬਣਾਉਂਦੇ, ਬਿਲਕੁਲ ਪ੍ਰਾਪਰਟੀ ਬਣਾ ਕੇ ਉਹਨੂੰ ਰੈਂਟ ਆਊਟ ਵੀ ਕਰਨਾ ਚਾਹੁੰਦੇ, ਬਿਲਕੁਲ ਜੀ। ਤੇ ਰੈਂਟ ਆਊਟ ਕਰਨ ਤੋਂ ਪਹਿਲਾਂ ਉਹਨਾਂ ਨੂੰ ਕਿਹੜੇ ਪ੍ਰੀਕਾਸ਼ਨਸ ਲੈਣੇ ਚਾਹੀਦੇ ਨੇ ਤਾਂ ਕਿ ਭਵਿੱਖ ਵਿੱਚ ਉਹਨਾਂ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ? ਬਿਲਕੁਲ ਸਰ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਟੌਪਿਕ ਬੜਾ ਸਹੀ ਹੈ ਕਿ ਜਦੋਂ ਵੀ ਪਰਸਨ ਦੇ ਕੋਲ ਆਮਦਨ ਅੱਛੀ ਹੋ ਜਾਂਦੀ ਹੈ ਤਾਂ ਉਹ ਆਪਣੀ ਪ੍ਰਾਪਰਟੀ ਆਈਦਰ ਦਾ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਔਰ ਦਾ ਕਮਰਸ਼ੀਅਲ ਪ੍ਰਾਪਰਟੀ ਰੈਂਟ ਆਊਟ ਕਰਨ ਦੀ ਸੋਚਦੇ ਹਨ। ਲੇਕਿਨ ਦਿਮਾਗ ਵਿੱਚ ਇਹ ਆਉਂਦਾ ਹੈ ਕਿ ਕਿਆ ਆਪਣੀ ਇਹ ਪ੍ਰਾਪਰਟੀ ਦਬ ਤਾਂ ਨਹੀਂ ਜਾਏਗੀ, ਕਿਆ ਇਹ ਪ੍ਰਾਪਰਟੀ ਡਿਸਪਿਊਟਡ ਤਾਂ ਨਹੀਂ ਹੋ ਜਾਏਗੀ। ਇਹ ਬਜਾਏ ਆਪਾਂ ਪਰਸਨ ਉੱਤੇ ਡਿਪੈਂਡ ਕਰੀਏ ਕਿ ਜਿਹੜਾ ਰੈਂਟ ਤੇ ਆਏਗਾ, ਇਹ ਆਪਾਂ ਪਹਿਲਾਂ ਆਪਣੀਆਂ ਕਮੀਆਂ ਜਿਹੜੀਆਂ ਉਹ ਪੂਰੀਆਂ ਕਰੀਏ ਤਾਂ ਕਦੇ ਵੀ ਦਿੱਕਤ ਨਹੀਂ ਆਏਗੀ। ਕਿਹੜੀਆਂ ਕਮੀਆਂ ਤੁਹਾਡੇ ਜ਼ਿਹਨ 'ਚ ਨੇ ਕਿ ਜਿਹੜਾ ਇੱਕ ਪ੍ਰਾਪਰਟੀ ਮਾਲਕ ਹੈ ਰੈਂਟ ਆਊਟ ਕਰਨ ਤੋਂ ਪਹਿਲਾਂ ਉਹਨੂੰ ਉਹ ਕਮੀਆਂ ਨੂੰ ਦੂਰ ਕਰ ਲੈਣਾ ਚਾਹੀਦਾ? ਬਿਲਕੁਲ ਸਰ, ਸਭ ਤੋਂ ਪਹਿਲਾਂ ਤਾਂ ਮੈਂ ਰੈਂਟ ਐਗਰੀਮੈਂਟ ਦੀ ਗੱਲ ਕਰਾਂਗਾ ਜੀ। ਰੈਂਟ ਐਗਰੀਮੈਂਟ ਨੂੰ ਆਪਾਂ ਹਰ ਕੋਈ ਅਰਾਊਂਡ 70 ਤੋਂ 80% ਜਨਤਾ ਇੰਡੀਆ ਦੇ ਵਿੱਚ ਕੀ ਕਰਦੇ ਨੇ ਕਿ 100 ਰੁਪਏ ਦਾ ਸਟਾਂਪ ਲਿਆ ਜੀ ਤੇ 11 ਮਹੀਨੇ ਦੀ ਰੈਂਟ ਡੀਡ ਕਰਵਾ ਲਈ ਹੈ, ਜਿਹੜਾ ਰਿਟਰਨ ਓਕੇ ਹੋ ਗਿਆ, ਲੇਕਿਨ ਉਹ ਕਿਤੇ ਵੀ ਵੈਲਿਡ ਨਹੀਂ ਹੁੰਦਾ ਹੈਗਾ ਜੀ। ਤਾਂ ਜਦ ਵੀ ਤੁਸੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਰੈਂਟ ਆਊਟ ਕਰਨੀ ਹੈ ਤਾਂ ਰੈਂਟ ਐਗਰੀਮੈਂਟ ਨਹੀਂ, ਉਸਨੂੰ ਤੁਸੀਂ ਰੈਂਟ ਡੀਡ ਵਿੱਚ ਕਨਵਰਟ ਕਰੋ। ਜੀ, ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਕਿਉਂਕਿ ਐਗਰੀਮੈਂਟ ਦੀ ਵੈਲਿਡਿਟੀ ਘੱਟ ਹੁੰਦੀ ਹੈ ਤੇ ਰੈਂਟ ਡੀਡ ਜਿਹੜੀ ਹੈ, ਮੈਨੂੰ ਲੱਗਦਾ ਤੁਸੀਂ ਥੋੜਾ ਰੈਂਟ ਡੀਡ ਨੂੰ ਵੀ ਐਕਸਪਲੇਨ ਕਰ ਸਕਦੇ ਹੋ? ਡੈਫੀਨਿਟਲੀ ਸਰ, ਜਦੋਂ ਆਪਾਂ ਰੈਂਟ ਡੀਡ ਬਾਰੇ ਗੱਲ ਕਰਦੇ ਹਾਂ ਤਾਂ ਇਹਦਾ ਮਤਲਬ ਇਹ ਹੈ ਕਿ ਆਪਾਂ ਪ੍ਰੋਪਰ ਥਰੂ ਰਜਿਸਟਰਾਰ ਜੀ ਡਾਕੂਮੈਂਟਸ ਫੀਸ ਪੂਰੀ ਭਰ ਕੇ ਤਾਂ ਆਪਾਂ ਥਰੂ ਰਿਟਰਨ ਕਰਦੇ ਆ ਤੇ ਪ੍ਰੋਪਰ ਫੋਟੋਗ੍ਰਾਫ ਹੁੰਦੀ ਹੈ, ਜਿਹਦਾ ਸਰਕਾਰੀ ਫੀਸ ਜਦੋਂ ਭਰੀ ਹੋਏਗੀ ਤੇ ਰੈਂਟ ਡੀਡ ਬਣੀ ਹੋਏਗੀ ਤਾਂ ਤੁਹਾਨੂੰ ਇਨ ਫਿਊਚਰ ਕਦੇ ਵੀ ਦਿੱਕਤ ਨਹੀਂ ਆਏਗੀ। ਪਹਿਲਾ ਪੁਆਇੰਟ ਤਾਂ ਇਹੀ ਹੈ ਜੀ। ਤੇ ਦੂਸਰਾ ਪੁਆਇੰਟ, ਜਦੋਂ ਤੁਸੀਂ ਰੈਂਟ ਡੀਡ ਰਜਿਸਟਰਡ ਕਰਵਾ ਲਈ ਹੈ, ਉਸ ਤੋਂ ਬਾਅਦ ਪਰਸਨ ਕੋਈ ਵੀ ਹੈ, ਉਸ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਓ ਜੀ। ਕਿਉਂਕਿ ਜਦ ਤੱਕ ਤੁਸੀਂ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਤਾਂ ਕਿਤੇ ਨਾ ਕਿਤੇ ਫੇਰ ਡਾਕੂਮੈਂਟਸ ਵਿੱਚ ਕੋਈ ਕਮੀ ਛੱਡ ਦਿੱਤੀ। ਤੁਸੀਂ ਆਪਣਾ ਕੋਰਟ ਵਾਲਾ ਜਿਹੜਾ ਰਜਿਸਟਰ ਵਾਲਾ ਕੰਮ ਸੀ ਉਹ ਤਾਂ ਪੂਰਾ ਕਰਵਾ ਲਿਆ, ਬਟ ਉਸ ਇਲਾਕੇ ਦੀ ਜਿਹੜਾ ਵੀ ਥਾਣਾ ਸੀਗਾ ਉੱਥੇ ਇਨਫੋਰਮ ਨਹੀਂ ਕਰਿਆ ਕਿ ਮੈਂ ਆਪਣੀ ਪ੍ਰਾਪਰਟੀ ਇਸ ਪਰਸਨ ਨੂੰ ਰੈਂਟ ਤੇ ਦੇ ਰਿਹਾ, ਸੋ ਦੈਟ ਕੱਲ੍ਹ ਨੂੰ ਕੋਈ ਦਿੱਕਤ ਆ ਗਈ ਤਾਂ ਉਹ ਪੁਲਿਸ ਤੁਹਾਡੇ ਨਾਲ ਕਿਵੇਂ ਖੜੇਗੀ। ਜੀ। ਐਂਡ ਦਾ ਥਰਡ ਵਨ ਹੁੰਦਾ ਕਿਆ ਹੈ ਸਰ, ਆਪਾਂ ਪ੍ਰਾਪਰਟੀ ਟੈਕਸ ਪੇ ਕਰਦੇ ਹਾਂ। ਜੀ। ਫਾਈਨ, ਜਦੋਂ ਆਪਾਂ ਪ੍ਰਾਪਰਟੀ ਟੈਕਸ ਪੇ ਕਰਦੇ ਹਾਂ ਨਾ, ਉਹਦੇ ਵਿੱਚ ਵੀ ਆਪਾਂ ਕਹਿੰਦੇ ਪੈਸੇ ਬਚ ਜਾਣ ਤੇ ਅਗਲੇ ਆਪਾਂ ਉੱਥੇ ਇਨਫੋਰਮੇਸ਼ਨ ਨਹੀਂ ਦਿੰਦੇ ਕਿ ਇਹ ਜਿਹੜੀ ਸਾਡੀ ਪ੍ਰਾਪਰਟੀ ਹੈਗੀ ਹੈ ਇਹ ਰੈਂਟ ਆਊਟ ਕਰ ਰੱਖੀ ਹੈ। ਕਿਉਂ? ਪਤਾ ਹੈ ਕਿ ਅਗਰ ਆਪਾਂ ਇਨਫੋਰਮੇਸ਼ਨ ਦੇਵਾਂਗੇ ਤਾਂ ਕਿਤੇ ਪ੍ਰਾਪਰਟੀ ਟੈਕਸ ਵੱਧ ਨਾ ਜਾਵੇ। ਓਬਵੀਅਸਲੀ ਵਧੇਗਾ। ਪ੍ਰਾਪਰਟੀ ਟੈਕਸ ਰੈਂਟ ਦੇ ਅਕੋਰਡਿੰਗ ਹੀ ਦਿੱਤਾ ਜਾਂਦਾ ਹੈ। ਜਦੋਂ ਤੁਸੀਂ ਪ੍ਰਾਪਰਟੀ ਟੈਕਸ ਰੈਂਟ ਦੇ ਅਕੋਰਡਿੰਗ ਪੇ ਕਰੋਗੇ ਤਾਂ ਉਹ ਸਰਕਾਰ ਵੀ ਤੁਹਾਡੇ ਨਾਲ ਖੜੀ ਹੈ। ਬਿਲਕੁਲ। ਤਾਂ ਪ੍ਰੋਪਰ ਨਿਯਮ ਕਾਨੂੰਨਾਂ ਪਾਲਣਾ ਕਰਦੇ ਹੋਏ ਲਾਲਚ ਨੂੰ ਛੱਡਦੇ ਹੋਏ ਸਭ ਤੋਂ ਵੱਡੀ ਗੱਲ ਹੈ ਬਿਲਕੁਲ ਵੀ ਜੋ ਸਰਕਾਰ ਦਾ ਹੱਕ ਬਣਦਾ ਉਹਨਾਂ ਪ੍ਰੋਪਰ ਸਮੇਂ ਤੇ ਅਦਾ ਕੀਤਾ ਜਾਵੇ। ਬਿਲਕੁਲ। ਕੰਸਲ ਸਾਹਿਬ, ਇਹ ਸਾਰਾ ਕੁਝ ਵੀ ਬੰਦਾ ਕਰ ਰਿਹਾ, ਉਸ ਦੇ ਬਾਵਜੂਦ ਵੀ ਅਗਰ ਕੋਈ ਰੈਂਟ ਸਮੇਂ ਤੇ ਅਦਾ ਨਹੀਂ ਕਰਦਾ ਜਾਂ ਡਿਸਪਿਊਟ ਕ੍ਰੀਏਟ ਹੁੰਦਾ, ਫਿਰ ਕੀ ਮੈਕੈਨਿਜ਼ਮ ਤੁਹਾਡੇ ਮੁਤਾਬਕ ਹੋਣਾ ਚਾਹੀਦਾ? ਡੈਫੀਨਿਟਲੀ ਸਰ, ਜਦੋਂ ਤੁਸੀਂ ਡਾਕੂਮੈਂਟਸ ਪੂਰੇ ਕਰ ਲਏ,
ਸਭ ਤੋਂ ਪਹਿਲਾਂ ਰੈਂਟ ਡੀਡ ਰਜਿਸਟਰਡ ਕਰਵਾ ਲਈ ਹੈ, ਜੀ। ਦੂਸਰਾ ਤੁਸੀਂ ਪੁਲਿਸ ਵੈਰੀਫਿਕੇਸ਼ਨ ਕਰਵਾ ਲਈ ਹੈ, ਤੀਸਰਾ ਪ੍ਰਾਪਰਟੀ ਟੈਕਸ ਉਹਦੇ ਅਕੋਰਡਿੰਗ ਭਰ ਰਹੇ ਹੋ ਤੁਸੀਂ, ਰੈਂਟ ਦੇ ਅਕੋਰਡਿੰਗ ਤੁਸੀਂ ਭਰ ਰਹੇ ਹੋ, ਤਾਂ ਐਟਲੀਸਟ ਡਾਕੂਮੈਂਟ ਪੂਰਾ ਹੋ ਗਿਆ ਤਾਂ ਕੋਰਟ 'ਚ ਕੇਸ ਵੀ ਕਰਨ ਜੋਗੇ ਹੋ ਗਏ। ਅਗਰ ਆਪਣੇ ਡਾਕੂਮੈਂਟਸ ਹੀ ਪੂਰੇ ਨਹੀਂ ਹੈ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਸੋਚੀ ਜਾਂਦੇ ਹਾਂ ਕਿ ਆਪਾਂ ਲੜੀਏ ਕਿਵੇਂ, ਤਾਂ ਆਪਾਂ ਕੋਰਟ ਜਾਣਦੇ ਹੋਗੇ। ਦੂਸਰੀ ਗੱਲ, ਕੋਰਟ 'ਚ ਸੁਣਵਾਈ ਜਦੋਂ ਹੋਏਗੀ ਤਾਂ ਜਿਹੜਾ ਤੁਹਾਡਾ ਟੈਨੈਂਟ ਹੈਗਾ ਉਸ ਨੂੰ ਅਗਰ ਫਾਈਟ ਕਰਨੀ ਪਏਗੀ ਤਾਂ ਰੈਂਟ ਤਾਂ ਤੁਹਾਡਾ ਫਿਰ ਵੀ ਨਹੀਂ ਰੁਕਿਆ, ਬਿਲਕੁਲ ਤਾਂ ਰੈਂਟ ਥਰੂ ਤੁਹਾਡਾ ਉਹਨਾਂ ਨੂੰ ਕੋਰਟ 'ਚ ਡਿਪੋਜ਼ਿਟ ਕਰਨਾ ਪਏਗਾ, ਤਾਂ ਰੈਂਟ ਤਾਂ ਤੁਹਾਡਾ ਫਿਰ ਚੱਲ ਰਿਹਾ, ਤਾਂ ਕੋਈ ਦਿੱਕਤ ਨਹੀਂ ਹੈ। ਈਵਨ ਜਦੋਂ ਤੁਹਾਨੇ ਪ੍ਰੋਪਰ ਇਹ ਤਿੰਨ ਚੀਜ਼ਾਂ ਫੋਲੋ ਕਰੀਆਂ ਹੋਣਗੀਆਂ ਤਾਂ ਕੋਰਟ ਵੀ ਤੁਹਾਨੂੰ ਸਪੋਰਟ ਦੇਗੀ, ਤੁਸੀਂ ਫਾਈਟ ਕਰ ਸਕਦੇ ਹੋ ਕਿ ਤੁਹਾਨੂੰ ਰੈਂਟ ਚਾਹੀਦਾ ਟਾਈਮਲੀ ਜਾਂ ਤੁਸੀਂ ਆਪਣੀ ਪ੍ਰਾਪਰਟੀ ਵੇਕੈਂਟ ਕਰਵਾਉਣਾ ਚਾਹੁੰਦੇ ਹੋ। ਤੇ ਕੀ ਜਿਹੜਾ ਟੈਨੈਂਟ ਹੈ, ਕਿਰਾਏਦਾਰ ਹੈ, ਉਹ ਪ੍ਰਾਪਰਟੀ ਨੂੰ ਨੁਕਸਾਨ ਵੀ ਪਹੁੰਚਾ ਸਕਦਾ? ਸਰ ਬਿਲਕੁਲ ਨਹੀਂ ਕਰਵਾ ਸਕਦਾ ਹੈਗਾ। ਇਟ ਡਿਪੈਂਡਸ ਕਿ ਤੁਸੀਂ ਆਪਣੇ ਰੈਂਟ ਡੀਡ ਦੇ ਵਿੱਚ ਕਿਹੜੀਆਂ ਟਰਮਸ ਐਂਡ ਕੰਡੀਸ਼ਨ ਲਿਖਵਾਈਆਂ ਨੇ। ਤੁਸੀਂ ਉਹਨਾਂ ਨੂੰ ਫੁੱਲੀ ਫਰਨਿਸ਼ ਦੇ ਰਹੇ ਹੋ, ਸੈਮੀ ਫਰਨਿਸ਼ ਦੇ ਰਹੇ ਹੋ ਜਾਂ ਰੋ ਦੇ ਰਹੇ ਹੋ। ਈਵਨ ਉਹਦੇ ਵਿੱਚ ਪੁਆਇੰਟ ਤੁਸੀਂ ਲਿਖ ਸਕਦੇ ਹੋ ਕਿ ਇਸ ਦੇ ਵਿੱਚ ਤੁਸੀਂ ਕੋਈ ਵੀ ਕੰਸਟਰਕਸ਼ਨ ਨਹੀਂ ਕਰ ਸਕਦੇ, ਇਸ ਦਾ ਕੋਈ ਵੀ ਏਰੀਆ ਤੁਸੀਂ ਵਧਾ ਘਟਾ ਨਹੀਂ ਸਕਦੇ, ਇਹਦੇ ਵਿੱਚ ਕੁਝ ਵੀ ਮਤਲਬ ਕਿ ਈਵਨ ਉਹਦੇ ਵਿੱਚ ਕੀ ਹੁੰਦਾ ਸਰ, ਜਦੋਂ ਤੁਸੀਂ ਪ੍ਰਾਪਰਟੀ ਰੈਂਟ ਤੇ ਦਿੰਦੇ ਹੋ ਤਾਂ 2 ਮੰਥ ਸਿਕਿਉਰਿਟੀ ਦਾ ਮੋਟੋ ਕਿਆ ਹੁੰਦਾ? 2 ਮੰਥ ਸਿਕਿਉਰਿਟੀ ਉਹੀ ਹੈ ਕਿ ਇਨ ਐਨੀ ਕੇਸ ਅਗਰ ਟੈਨੈਂਟ ਕੋਈ ਟੁੱਟ ਭੱਜ ਕਰ ਜੇ ਜਾਂ ਬਿਜਲੀ ਦਾ ਬਿੱਲ ਪੈਂਡਿੰਗ ਰਹਿ ਜੇ ਜਾਂ ਕੋਈ ਚੀਜ਼ ਦਾ ਨੁਕਸਾਨ ਹੋ ਜੇ ਤਾਂ ਤੁਸੀਂ ਉਹਦੇ ਵਿੱਚ ਉਹ ਸਿਕਿਉਰਿਟੀ ਰੱਖ ਸਕੋ, ਕੱਟ ਸਕੋ। ਕਈ ਵਾਰ ਅਸੀਂ ਪ੍ਰਾਪਰਟੀ ਕਿਰਾਏ ਤੇ ਦੇ ਦਿੰਦੇ ਹਾਂ, ਹਾਂਜੀ ਹਾਂ। ਤਾਂ ਜਿਹੜਾ ਕਿਰਾਏਦਾਰ ਹੈ ਉਹ ਸਾਨੂੰ ਪ੍ਰਾਪਰਟੀ 'ਚ ਵੜਨ ਵੀ ਨਹੀਂ ਦਿੰਦਾ, ਇਨਸਪੈਕਟ ਵੀ ਨਹੀਂ ਕਰਨ ਦਿੰਦਾ, ਤਾਂ ਉਹਦੇ ਵਾਸਤੇ ਸਾਨੂੰ ਕੀ ਕਲੋਜ਼ ਐਡ ਕਰਨੀ ਚਾਹੀਦੀ? ਉਹਦੇ ਵਿੱਚ ਸਰ ਕਲੋਜ਼ ਐਡ ਕਰਨਾ ਚਾਹੀਦਾ ਹੈ। ਜਦੋਂ ਤੁਸੀਂ ਰੈਂਟ ਰਜਿਸਟਰਡ ਕਰਾ ਰਹੇ ਹੋ ਤਾਂ ਉਹਦੇ ਵਿੱਚ ਕਲੋਜ਼ ਲਿਖੋ ਕਿ ਯੈਸ ਆਫਟਰ ਮਤਲਬ ਕਿ ਮਹੀਨੇ ਦੇ ਇੱਕ ਚੱਕਰ ਤੁਸੀਂ ਆਪਣੀ ਪ੍ਰਾਪਰਟੀ ਨੂੰ ਦੇਖ ਸਕਦੇ ਹੋ, ਵਿਜ਼ਿਟ ਕਰ ਸਕਦੇ ਹੋ ਤੇ ਆਪਣਾ ਸਾਰੀਆਂ ਮਤਲਬ ਜੋ ਵੀ ਤੁਹਾਡਾ ਉੱਥੇ ਹੋਇਆ ਹੋਇਆ ਆਈਦਰ ਦੈਟ ਇਜ਼ ਦਾ ਵਾਲ ਔਰ ਤੁਹਾਡਾ ਫਲੋਰ ਹੈ ਜਾਂ ਪੀਓਪੀ ਹੈ ਜਾਂ ਲਾਈਟਸ ਹੈ ਜਾਂ ਫੈਨ ਹੈ ਜਾਂ ਜੋ ਵੀ ਤੁਸੀਂ ਵਿੱਚ ਦਿੱਤਾ ਹੈ ਉਸ ਨੂੰ ਇੰਸਪੈਕਟ ਕਰ ਸਕਦੇ ਹੋ, ਤੇ ਜਦੋਂ ਉਹ ਕਲੋਜ਼ ਲਿਖਿਆ ਹੋਏਗਾ ਤਾਂ ਤੁਹਾਨੂੰ ਕੋਈ ਵੀ ਐਂਟਰ ਕਰਨ ਤੋਂ ਮਨਾ ਨਹੀਂ ਕਰ ਸਕਦਾ ਹੈਗਾ। ਸਾਨੂੰ ਕਈ ਵਾਰ ਲੋਕ ਸਵਾਲ ਪੁੱਛਦੇ ਨੇ, ਕਹਿੰਦੇ ਵੀ ਜੇ ਇੱਕ ਕੇਸ ਕਰਨਾ ਹੋਵੇ ਕਿ ਸਾਨੂੰ ਜਦੋਂ ਅਸੀਂ ਰੈਂਟ ਤੇ ਦਿੰਦੇ ਆ ਪ੍ਰਾਪਰਟੀ, ਵੀ ਸਾਨੂੰ ਨਾ ਜਿਹੜਾ ਰੈਂਟ ਹੈ ਉਹ ਡਬਲ ਕਾਗਜ਼ਾਂ 'ਚ ਲਿਖਣਾ ਚਾਹੀਦਾ, ਵੀ ਉਹਦੇ ਨਾਲ ਵੀ ਕਹਿੰਦੇ ਕਿ ਜੇ ਉਹ ਸਾਡੇ ਨਾਲ ਲੜੇਗਾ, ਝਗੜੇਗਾ, ਕੋਰਟ 'ਚ ਜਾਏਗਾ ਤਾਂ ਉਹਨੂੰ ਡਬਲ ਰੈਂਟ ਅਦਾ ਕਰਨਾ ਪਏਗਾ। ਜੇ ਸਾਡੇ ਨਾਲ ਪਿਆਰ ਨਾਲ ਵਰਤੇਗਾ ਤਾਂ ਅਸੀਂ ਸਿੰਗਲ ਰੈਂਟ ਲਵਾਂਗੇ, ਡਬਲ ਦੀ ਰਸੀਦ ਅਦਾ ਕਰ ਦਾਂਗੇ। ਕੀ ਇੱਦਾਂ ਹੋਣਾ ਚਾਹੀਦਾ? ਦੇਖੋ ਸਰ ਮੈਂ ਤਾਂ ਇਸ ਗੱਲ ਨੂੰ ਨਹੀਂ ਮੰਨਦਾ ਹੈਗਾ, ਕਿਉਂਕਿ ਲੀਗਲੀ ਤੌਰ ਤੇ ਅਗਰ ਤੁਸੀਂ ਜੈਨੂਨ ਹੋ ਕੇ ਚੱਲ ਰਹੇ ਹੋ ਤਾਂ ਜੈਨੂਨ ਹੋ ਕੇ ਚੱਲੋ, ਕਿਉਂਕਿ ਜਦੋਂ ਆਪਾਂ ਕੋਰਟ ਥਰੂ ਰੈਂਟ ਡੀਡ ਰਜਿਸਟਰਡ ਕਰ ਲਈ ਹੈ ਤਾਂ ਤੁਸੀਂ ਇੱਕ ਨੰਬਰ 'ਚ ਪੈਸਾ ਲਿਓ। ਪਹਿਲੀ ਗੱਲ ਤਾਂ ਤੁਸੀਂ ਕੈਸ਼ ਨਾ ਲਿਓ, ਫਿਰ ਅਗਰ ਤੁਸੀਂ ਉਹਨੂੰ ਡਬਲ ਲਿਖੋਗੇ ਤਾਂ ਉਹ ਪਹਿਲਾਂ ਡਬਲ ਪੈਸੇ ਤਾਂ ਪੇ ਨਹੀਂ ਕਰੇਗਾ, ਫਿਰ ਤੁਸੀਂ ਉਸਨੂੰ ਕੈਸ਼ ਰਿਟਰਨ ਨਹੀਂ ਕਰੋਗੇ, ਉਹ ਤਾਂ ਤੁਸੀਂ ਆਪਣੀ ਕਹਾਣੀ ਪਹਿਲੇ ਦਿਨ ਤੋਂ ਹੀ ਉਲਝਾ ਲਈ ਹੈ ਜੀ। ਮਤਲਬ ਇੱਕ ਗੱਲ ਹੈ, ਚਾਹੇ ਕੋਈ ਵੀ ਲੈਣ ਦੇਣ ਹੈ, ਅਗਰ ਤੁਸੀਂ ਕਲੀਅਰ ਆ ਟਰਾਂਸਪੇਰੈਂਟ ਹੋ ਕੇ ਚੱਲ ਰਹੇ ਹੋ ਤਾਂ ਸਾਹਮਣੇ ਵਾਲਾ ਪਰਸਨ ਵੀ ਕਲੀਅਰ ਐਂਡ ਟਰਾਂਸਪੇਰੈਂਟ ਹੋ ਕੇ ਚੱਲੇਗਾ। ਜਿੱਦਣ ਤੁਸੀਂ ਇਹੋ ਜਿਹੀ ਕੋਈ ਗੱਲ ਕਰੋਗੇ ਨਾ ਤਾਂ ਸਾਹਮਣੇ ਵਾਲੇ ਨੂੰ ਪਤਾ ਲੱਗ ਜਾਏ ਕਿ ਡਰ ਦਾ ਮਾਹੌਲ ਬਹੁਤ ਬਣਿਆ ਹੋਇਆ ਨਾ, ਲੋਕ ਦੇਣਾ ਤਾਂ ਚਾਹੁੰਦੇ, ਹਰ ਕੋਈ ਚਾਹੁੰਦਾ ਰੈਂਟਲ ਇਨਕਮ ਹੋਵੇ, ਪਰ ਜੋ ਇੱਕ ਐਸਾ ਮਾਹੌਲ ਬਣਿਆ, ਅਗਲਾ ਕਹਿੰਦਾ ਵੀ ਅਸੀਂ ਪਹਿਲੇ 5-6 ਮਹੀਨੇ ਸਾਲ ਅਗਲਾ ਸਾਨੂੰ ਰੈਂਟ ਦੇਗਾ, ਫਿਰ ਸਾਡੀ ਪ੍ਰਾਪਰਟੀ ਨਾ ਦਬਦੀ। ਨਹੀਂ ਸਰ, ਇਹ ਬਹੁਤ ਡਰ ਦਾ ਮਾਹੌਲ ਹੈ। ਉਹ ਰੀਜ਼ਨ ਸਿਰਫ ਸਰ ਇਹ ਹੈ ਕਿ ਓਨਰ ਕੋਈ ਵੀ ਹੈ ਉਹ ਨੋ ਡਾਊਟ ਪੈਸੇ ਬਚਾਉਣ ਬਾਰੇ ਥੋੜੇ ਸੋਚਦੇ ਆ, ਔਰ ਪੈਸੇ ਬਹੁਤ ਮਾਮੂਲੀ ਹੈ। ਉਹ ਜਦੋਂ ਰੈਂਟ ਰਜਿਸਟਰ ਐਗਰੀਮੈਂਟ ਆਪਾਂ ਕਰਾਉਂਦੇ ਆ, ਅਗਲਾ ਕਹਿੰਦਾ ਕੌਣ ਕਰਵਾਏਗਾ, ਫੋਟੋ ਕਰਾਉਣ ਕੌਣ ਕਰਾਏਗਾ, ਅੱਛਾ ਇਹਦੇ ਸਟਾਂਪ ਵੀ ਲੈਣੇ ਪੈਣਗੇ ਐਂਡ ਸੋ ਔਨ, ਤੇ ਉਹ ਇਹਨਾਂ ਚੀਜ਼ਾਂ ਤੋਂ ਡਰ ਜਾਂਦੇ ਆ। ਅਦਰਵਾਈਜ਼ ਇਹੋ ਜਿਹੀ ਕੋਈ ਗੱਲ ਨਹੀਂ ਹੈ। ਫਿਰ ਬੌਂਡ ਬਣ ਜਾਂਦਾ, ਅਗਲਾ ਕਹਿੰਦਾ ਹਾਂਜੀ ਪੁਲਿਸ ਵੈਰੀਫਿਕੇਸ਼ਨ ਕਰਾਉਣ ਲੱਗੇ ਸ਼ਰਮ ਆਉਂਦੀ ਹੈ। ਇਸ ਚੀਜ਼ 'ਚ ਕੋਈ ਸ਼ਰਮ ਨਹੀਂ ਹੈ। ਦੇਖੋ ਕੋਰਟਸ ਜਿਹੜੀ ਆਪਾਂ ਅਕਸਰ ਕਹਿੰਦੇ, ਅਗਲਾ ਕਹਿੰਦਾ ਵਿਸ਼ਵਾਸ ਨਹੀਂ, ਅਗਰ ਅੰਨਾ ਹੀ ਵਿਸ਼ਵਾਸ ਸ਼ੋਰਲੀ ਚੱਲਦਾ ਤਾਂ ਫਿਰ ਇਹ ਕੋਰਟ ਕਚਹਿਰੀ ਕੇ ਉੱਪਰ ਹੀ ਅਪੀਲ ਨੇ। ਇੱਕ ਮੈਂ ਹੋਰ ਵੀ ਇਹ ਜਾਨਣਾ ਚਾਹਨਾ ਤੁਹਾਡੇ ਤੋਂ ਵੀ ਬਹੁਤ ਸਾਰੇ ਲੋਕ ਰੈਂਟ ਤੇ ਦੇਣ ਪ੍ਰਾਪਰਟੀ ਲੈਣ ਦੇਣ ਦੇ ਕੰਮ ਦੇ ਵਿੱਚ ਇਨਵੋਲਵ ਹੁੰਦੇ ਆ, ਏਜੰਟ ਕਹਿ ਲਓ ਉਹਨਾਂ ਨੂੰ। ਬਿਲਕੁਲ ਕੀ ਕੋਈ ਏਜੰਟ ਦੇ ਰਾਹੀਂ ਹੀ ਸਾਨੂੰ ਪ੍ਰਾਪਰਟੀ ਰੈਂਟ ਆਊਟ ਕਰਨੀ ਚਾਹੀਦੀ ਹੈ ਜਾਂ ਸਾਨੂੰ ਡਾਇਰੈਕਟਲੀ ਹੀ ਰੈਂਟ ਆਊਟ ਕਰ ਦੇਣੀ ਚਾਹੀਦੀ? ਨਹੀਂ ਸਰ, ਡੈਫੀਨੇਟਲੀ। ਦੇਖੋ ਮੇਰਾ ਮੰਨਣਾ ਇਹ ਹੈ, ਅਕੋਰਡਿੰਗ ਟੂ ਮਾਈ ਓਪੀਨੀਅਨ, ਕਿ ਜਦ ਵੀ ਆਪਾਂ ਪ੍ਰਾਪਰਟੀ ਰੈਂਟ ਤੇ ਦੇ ਰਹੇ ਹਾਂ ਤਾਂ ਆਪਾਂ ਥਰੂ ਪ੍ਰਾਪਰਟੀ ਡੀਲਰ ਜਾਂ ਜਿਹੜੇ ਏਜੰਟਸ ਹੈਗੇ ਆ ਉਹਨਾਂ ਥਰੂ ਕਰੋ। ਉਹਦਾ ਬਹੁਤ ਵੱਡਾ ਕਾਰਨ ਹੈ, ਕਈ ਵਾਰ ਸਰ ਕੀ ਹੁੰਦਾ ਹੈ ਕਿ ਆਪਾਂ ਡਾਇਰੈਕਟ ਦਿੰਦੇ ਆ ਤਾਂ ਆਪਾਂ ਵੀ ਆਰ ਨੋਟ ਦਾ ਪ੍ਰੋਫੈਸ਼ਨਲ। ਜਿਵੇਂ ਸਪੋਜ਼ ਕਰੋ ਮੇਰਾ ਬਿਜ਼ਨਸ ਹੈਗਾ ਕੋਈ ਹੋਰ,
ਤੇ ਮੈਂ ਆਪਣੀ ਪ੍ਰਾਪਰਟੀ ਰੈਂਟ ਤੇ ਦੇਣੀ ਹੈ ਤਾਂ ਮੈਨੂੰ ਡਾਕੂਮੈਂਟਸ ਦਾ ਨਹੀਂ ਪਤਾ ਹੈਗਾ, ਫਿਰ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਮੈਂ ਉਸ ਪਰਸਨ ਦੀ ਥੋੜੀ ਬਹੁਤ ਵੈਰੀਫਿਕੇਸ਼ਨ ਕਰ ਸਕਾਂ, ਫਿਰ ਮੇਰੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਮੇਰਾ ਬਿਜ਼ਨਸ ਫੈਕਟ ਹੋ ਜਾਏਗਾ ਅਗਰ ਮੈਂ ਉਹਦੇ। ਲੇਕਿਨ ਜਿਹੜਾ ਡੀਲਰ ਹੈ ਉਹਦਾ ਬਿਜ਼ਨਸ ਹੀ ਹੈ, ਅਗਰ ਉਹ ਕਿਤੇ ਵੀ ਗਲਤ ਪ੍ਰਾਪਰਟੀ ਦਵਾ ਦੇਗਾ ਸਭ ਤੋਂ ਪਹਿਲਾਂ ਤਾਂ ਉਹਦੀ ਮਾਰਕੀਟ ਵੈਲਿਊ ਖਰਾਬ ਹੁੰਦੀ ਹੈ। ਫਾਈਨ। ਦੂਸਰਾ ਸਰ, ਉਹਨੂੰ ਡਾਕੂਮੈਂਟਸ ਦੀ ਨੌਲੇਜ ਹੈ, ਉਹ ਭੱਜ ਨੱਠ ਕਰੇਗਾ ਹਰ ਜਗ੍ਹਾ ਤੇ ਜਾ ਕੇ, ਉਹਨੂੰ ਕਮਿਸ਼ਨ ਤੁਸੀਂ ਦੇਣਾ ਤਾਂ ਉਹ ਕੋਰਟ ਕਚਹਿਰੀ ਵੀ ਜਾ ਕੇ ਭੱਜ ਨੱਠ ਕਰੇਗਾ, ਉਹ ਪੁਲਿਸ ਵੈਰੀਫਿਕੇਸ਼ਨ ਲਈ ਵੀ ਭੱਜ ਨੱਠ ਕਰੇਗਾ, ਉਹ ਪ੍ਰਾਪਰਟੀ ਟੈਕਸ ਲਈ ਵੀ ਥੋੜੀ ਹੈਲਪ ਜ਼ਰੂਰ ਕਰੇਗਾ। ਇਹਨੇ ਕਮਲਜੋਤ ਕਾਂਸਲ ਜਿਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਤੁਸੀਂ ਪ੍ਰਾਪਰਟੀ ਰੈਂਟ ਆਊਟ ਕਰਨੀ ਹੈ ਤਾਂ ਤੁਹਾਨੂੰ ਕਾਗਜ਼ੀ ਕਾਰਵਾਈ ਮੁਕੰਮਲ ਕਰਨੀ ਚਾਹੀਦੀ ਹੈ। ਕਾਗਜ਼ੀ ਕਾਰਵਾਈ ਦੇ ਵਿੱਚ ਕਿਤੇ ਵੀ ਤੁਹਾਨੂੰ ਸਟੈਪ ਡਾਊਨ ਨਹੀਂ ਕਰਨਾ ਚਾਹੀਦਾ। ਤੁਸੀਂ ਪ੍ਰੋਪਰ ਰੈਂਟ ਐਗਰੀਮੈਂਟ ਦੀ ਥਾਂ ਤੇ ਰੈਂਟ ਡੀਡ ਰਜਿਸਟਰ ਕਰਵਾਓ। ਜੋ ਸਰਕਾਰੀ ਫੀਸ ਹੈ ਉਹਨੂੰ ਪੂਰੀ ਤਰੀਕੇ ਨਾਲ ਅਦਾ ਕਰੋ, ਔਰ ਜੋ ਪ੍ਰਾਪਰਟੀ ਟੈਕਸ ਹੈ ਉਹ ਵੀ ਤੁਸੀਂ ਅਦਾ ਕਰੋ, ਤਾਂ ਕਿ ਜਦੋਂ ਤੁਸੀਂ ਅਦਾਲਤ 'ਚ ਜਾਓ ਤਾਂ ਤੁਸੀਂ ਕਲੀਨ ਹੈਂਡ ਹੋਣੇ ਚਾਹੀਦੇ ਹੋ। ਔਰ ਦੂਜਾ, ਕੋਈ ਨਾ ਕੋਈ ਅਜਿਹਾ ਇਨਸਾਨ ਏਜੰਟ ਵਿੱਚ ਜ਼ਰੂਰ ਹੋਣਾ ਚਾਹੀਦਾ ਜਿਹੜਾ ਤੁਹਾਡੇ ਜਿਸ ਬੰਦੇ ਨੂੰ ਪ੍ਰਾਪਰਟੀ ਕਿਰਾਏ ਤੇ ਦੇ ਰਹੇ ਆ ਉਹਦੇ ਬਾਰੇ ਜਾਂਚ ਪੜਤਾਲ ਕਰ ਸਕੇ। ਦਰਸ਼ਕੋ, ਸਮਾਂ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਇਦਾਂ ਦੇ ਹੀ ਪੋਡਕਾਸਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ। ਤਦ ਤੱਕ ਮੈਨੂੰ ਔਰ ਕਮਲ ਕਾਂਸਲ ਜੀ ਨੂੰ ਦਿਓ ਇਜਾਜ਼ਤ। ਨਮਸਕਾਰ। ਨਮਸਕਾਰ।